ਡੈਕਲੇਰੇਸ਼ਨ ਬਾय द प्रिजाइडिंग ऑफिसर जो फार्म है यह आप जी ਨੂੰ 4 ਭਾਗਾਂ ਵਿੱਚ ਪ੍ਰਾਪਤ ਹੋਵੇਗਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਭਾਗ 1 ਬਾਰੇ। ਇਹ ਹੈ ਡੈਕਲੇਰੇਸ਼ਨ ਬਾय द प्रिजाइडिंग ऑफिसर बिफोर द कमेंसमेंट ऑफ द पोल। ਭਾਵ ਵੋਟਾਂ ਪਾਉਣ ਤੋਂ ਪਹਿਲਾਂ प्रिजाइडिंग ऑफिसर ਵੱਲੋਂ ਜੋ ਡੈਕਲੇਰੇਸ਼ਨ ਦਿੱਤੀ ਜਾਵੇਗੀ ਉਸ ਸੰਬੰਧੀ ਫਾਰਮ। ਆਓ ਦੇਖੀਏ ਇਸ ਨੂੰ ਕਿਸ ਤਰੀਕੇ ਨਾਲ ਭਰਨਾ ਹੈ। ਸਭ ਤੋਂ ਪਹਿਲਾਂ ਹੈ ਇਲੈਕਸ਼ਨ ਫਰੋਮ, ਜੋ ਸਾਡਾ पार्लीमेंटरी हल्का है असी उसका नाम लिख देना है। जिस तरीके नाल मेरा पार्लीमेंटरी हल्का है बठिंडा। उस तो बाद सीरियल नंबर एंड नेम ऑफ द पोलिंग स्टेशन, साडे पोलिंग स्टेशन का जो सीरियल नंबर है वह असी भर देना है और जो उसका नाम है वह भी असी इत्थे भर देना है। उस तो बाद डेट ऑफ पोल, सानू सारिਆਂ ਨੂੰ पता ही है कि यह जो पोलिंग की डेट है 19/5/2019 है, इसनूं असी इत्थे भर देना है। उस तो बाद प्रिजाइडिंग ऑफिसर वालों डैकलरेशनस कीतियां गई ने कि जो मशीन है, वोटिंग मशीन है, वह सही तरीके नाल चल रही है। जो कोई भी फार्म है उस विच 17A फार्म है या कोई होर फार्म है उस विच कुछ भी अनुचित सामग्री नहीं है। उस तो बाद जो पेपर सील्स ने, स्पैशल टैग्स ने, स्ट्रिप सील्स ने या जो भी असी टैग लगाने ने ਤਾਂ ਉਹ ਅਸੀਂ ਸਾਰੇ ਆਪਣੇ ਸਾਈਨ ਕਰਕੇ ਪੋਲਿੰਗ ਏਜੰਟਾਂ ਦੀ ਮੌਜੂਦਗੀ ਵਿੱਚ ਉਹਨਾਂ ਦੇ ਸਾਈਨ ਕਰਵਾ ਕੇ ਹੀ ਸਾਰਾ ਕੁਝ ਅਸੀਂ ਜੋ VOTING ਪ੍ਰਣਾਲੀ ਹੈ ਉਹ ਸ਼ੁਰੂ ਕੀਤੀ ਹੈ। ਉਸ ਤੋਂ ਬਾਅਦ ਅੰਤ ਵਿੱਚ ਅਸੀਂ ਸਿਗਨੇਚਰ ਆਫ ਦਾ ਪ੍ਰੀਜ਼ਾਈਡਿੰਗ ਅਫਸਰ ਦੀ ਥਾਂ ਤੇ ਆਪਣੇ ਜੋ ਸਾਈਨ ਨੇ ਉਹ ਕਰ ਦੇਣੇ ਨੇ। ਉਸ ਤੋਂ ਬਾਅਦ ਅਸੀਂ ਅੱਗੇ ਚੱਲਾਂਗੇ ਤਾਂ ਉੱਥੇ ਆਏਗਾ ਸਿਗਨੇਚਰ ਆਫ ਦਾ ਪੋਲਿੰਗ ਏਜੰਟਸ। ਇੱਥੇ ਅਸੀਂ ਜੋ ਪੋਲਿੰਗ ਏਜੰਟਸ ਨੇ ਉਹਨਾਂ ਦੇ ਸਾਈਨ ਕਰਵਾ ਲੈਣੇ ਨੇ। ਜਿਸ ਤਰ੍ਹਾਂ ਸਭ ਤੋਂ ਪਹਿਲਾ ਜੋ ਪੋਲਿੰਗ ਏਜੰਟ ਹੈ ਮੰਨ ਲਓ ਉਸ ਦਾ ਨਾਮ ਜਸਵੀਰ ਸਿੰਘ ਹੈ, ਤਾਂ ਜਸਵੀਰ ਸਿੰਘ ਦੇ ਸਾਈਨ ਕਰਵਾਉਣ ਤੋਂ ਬਾਅਦ ਅਸੀਂ ਜੋ ਉਸ ਦਾ ਕੈਂਡੀਡੇਟ ਹੈ ਉਹ ਭਾਵ ਉਹ ਕਿਸ ਕੈਂਡੀਡੇਟ ਦਾ ਏਜੰਟ ਹੈ ਅਸੀਂ ਇੱਥੇ ਉਸ ਦਾ ਵੀ ਨਾਮ ਲਿਖ ਦੇਣਾ ਹੈ। ਭਾਵ ਉਹ ਮੰਨ ਲਓ ਸਤਵੰਤ ਸਿੰਘ ਦਾ ਏਜੰਟ ਹੈ ਤਾਂ ਅਸੀਂ ਇੱਥੇ ਉਸ ਦਾ ਨਾਮ ਲਿਖ ਦੇਵਾਂਗੇ। ਇਸੇ ਤਰੀਕੇ ਨਾਲ ਜੋ ਬਾਕੀ 9 ਹੋਰ ਆਪਸ਼ਨਸ ਨੇ ਅਸੀਂ ਉਹਨਾਂ ਦੇ ਵਿੱਚ ਵੀ ਪੋਲਿੰਗ ਏਜੰਟਸ ਦੇ ਨਾਮ ਲਿਖ ਕੇ ਉਹਨਾਂ ਦੇ ਸਾਈਨ ਕਰਵਾਉਣੇ ਨੇ। ਤਾਂ ਉਸ ਤੋਂ ਬਾਅਦ ਅਸੀਂ ਉਸ ਦਾ ਕੈਂਡੀਡੇਟ ਦਾ ਨਾਮ ਲਿਖਣਾ ਹੈ। उस तो बाद जो ऑप्शन आपको दिखाई दे रहा है यह है कि जेकर किसी एजेंट ने अजिहा करन तो ना की है, साइन करन तो ना की है, तो असीं इत्थे उसका नाम लिख के उसके कैंडीडेट का नाम लिख देना है। उस तो बाद अंत विच साडे प्रिजाइडिंग ऑफिसर के दोबारा साइन किए जाने ने। उस तो बाद जो मिति है वो असीं इत्थे पा देनी है। इस तरीके नाल तुसीं देखोगे कि जो इसका फस्ट पार्ट सी डैकलरेशन का ਉਹ ਅਸੀਂ ਭਰ ਲਿਆ ਹੈ। ਬਹੁਤ ਹੀ ਆਸਾਨ ਸੀਗਾ ਇਹ। ਉਸ ਤੋਂ ਬਾਅਦ ਅਸੀਂ ਚੱਲਦੇ ਹਾਂ ਹੁਣ ਇਸ ਦੇ ਸੈਕਿੰਡ ਪਾਰਟ ਤੇ। ਜੋ ਇਸ ਡੈਕਲੇਰੇਸ਼ਨ ਦਾ ਸੈਕਿੰਡ ਪਾਰਟ ਹੈ ਇਹ ਸਿਰਫ ਉਦੋਂ ਹੀ ਭਰਿਆ ਜਾਣਾ ਹੈ ਜਦੋਂ ਅਸੀਂ ਪਹਿਲੀ ਮਸ਼ੀਨ ਦੇ ਖਰਾਬ ਹੋਣ ਤੇ ਦੂਸਰੀ ਮਸ਼ੀਨ ਨੂੰ ਪ੍ਰਯੋਗ ਵਿੱਚ ਲੈ ਕੇ ਆਉਂਦੇ ਹਾਂ। ਪਰ ਜੇਕਰ ਸਾਡੀ ਇੱਕ ਮਸ਼ੀਨ ਖਰਾਬ ਹੋ ਜਾਂਦੀ ਹੈ, EVM ਮਸ਼ੀਨਾਂ ਖਰਾਬ ਹੋ ਜਾਂਦੀਆਂ ਨੇ, ਤਾਂ ਅਸੀਂ ਉਸ ਨੂੰ ਬਦਲਦੇ ਹਾਂ ਤਾਂ ਹੀ ਇਹ ਭਰਿਆ ਜਾਣਾ ਹੈ, ਅਦਰਵਾਈਜ਼ ਅਸੀਂ ਇਸ ਨੂੰ ਨਹੀਂ ਭਰਨਾ। ਉਸੇ ਤਰ੍ਹਾਂ ਅਸੀਂ ਇੱਥੇ ਜੋ ਸਾਡੀ ਪਾਰਲੀਮੈਂਟਰੀ ਹਲਕਾ ਹੈ ਅਸੀਂ ਉਸ ਦਾ ਨਾਮ ਭਰ ਦੇਣਾ ਹੈ। ਉਸ ਤੋਂ ਬਾਅਦ ਸਾਡਾ ਪੋਲਿੰਗ ਸਟੇਸ਼ਨ ਨੰਬਰ ਹੈ ਜੋ ਅਸੀਂ ਉਹ ਭਰ ਦੇਣਾ ਹੈ, ਉਸ ਦਾ ਨਾਮ ਭਰ ਦੇਣਾ ਹੈ। ਉਸ ਤੋਂ ਬਾਅਦ ਜੋ ਡੇਟ ਹੈ ਪੋਲਿੰਗ ਦੀ ਅਸੀਂ ਉਹ ਭਰ ਦੇਣੀ ਹੈ। ਧਿਆਨ 'ਚ ਰਹੇ ਕਿ ਇਹ ਦੂਜੀ ਮਸ਼ੀਨ ਵਰਤੋਂ ਵਿੱਚ ਲਿਆਉਣ 'ਤੇ ਹੀ ਭਰਨਾ ਹੈ, ਉਸ ਤੋਂ ਬਿਨਾਂ ਨਹੀਂ ਭਰਨਾ। ਉਸੇ ਤਰ੍ਹਾਂ ਇਸ ਦੀਆਂ ਵੀ ਜੋ ਸੇਮ ਇੰਸਟਰਕਸ਼ਨਸ ਨੇ ਉਹ ਇੱਥੇ ਦਿੱਤੀਆਂ ਹੋਈਆਂ ਨੇ। ਉਸ ਤੋਂ ਬਾਅਦ ਅਸੀਂ ਇੱਥੇ ਪ੍ਰੀਜ਼ਾਈਡਿੰਗ ਆਫਿਸਰ ਦੇ ਆਪਣੇ ਸਾਈਨ ਕਰ ਦੇਣੇ ਨੇ। उस तो बाद उस तरीके नाल पहले पार्ट के तरीके नाल असी पोलिंग एजेंट्स के जो साइन करवा लेने ने ते उन्हां तो बाद उन्हां दा कैंडीडेट का नाम लिख देना है। उस तो बाद अंत में इत्थे असी अपने प्रिजाइडिंग ऑफिसर के सिग्नेचर कर देने ने पहलां दी तरह। उस तो बाद असी इत्थे डेट लिख देनी है जो पोलिंग की डेट है। तो यह ध्यान रहे कि इस फार्म ਨੂੰ ਅਸੀਂ ਉਦੋਂ ਹੀ ਭਰਨਾ ਹੈ ਜਦੋਂ ਅਸੀਂ ਦੂਸਰੀ VOTING ਮਸ਼ੀਨ ਵਰਤੋਂ ਵਿੱਚ ਲੈ ਕੇ ਆਉਂਦੇ ਹਾਂ। ਉਸ ਤੋਂ ਬਾਅਦ ਅਸੀਂ ਹੁਣ ਗੱਲ ਕਰਾਂਗੇ ਇਸ ਦੇ ਤੀਸਰੇ ਪਾਰਟ ਬਾਰੇ, ਪ੍ਰੀਜ਼ਾਈਡਿੰਗ ਆਫਿਸਰ ਡੈਕਲੇਰੇਸ਼ਨ ਦੇ ਤੀਸਰੇ ਪਾਰਟ ਬਾਰੇ। ਇਹ ਜੋ ਤੀਸਰਾ ਪਾਰਟ ਹੈ ਇਹ ਹੈ ਡੈਕਲੇਰੇਸ਼ਨ ਐਟ ਦਾ ਐਂਡ ਆਫ ਪੋਲ। ਭਾਵ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਅਸੀਂ ਇਸ ਨੂੰ ਭਰਨਾ ਹੈ। इस विच सब तो पहला असीं इत्थे जो प्रिजाइडिंग ऑफिसर है उसके साइन करवा लेने ने। उस तो बाद असीं इत्थे जो डेट का ऑप्शन है इत्थे डेट पा देनी है। उस तो बाद जो टाइम है भाव पोलिंग प्रक्रिया कितने बजे खत्म हुई असीं ओह लिख देना है।
ਉਸ ਤੋਂ ਬਾਅਦ ਲਿਖਿਆ ਹੈ ਕਿ received an attested copy of the entries in the accounts of boats recorded। ਇਹ 17C ਫਾਰਮ ਹੈ ਜੋ ਅਸੀਂ ਇੱਕ ਇੱਕ ਕਾਪੀ ਏਜੰਟਾਂ ਨੂੰ ਦੇਣੀ ਹੈ। ਤਾਂ ਏਜੰਟ ਉਹ ਕਾਪੀ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਸਾਈਨ ਕਰਨਗੇ। ਇੱਥੇ ਅਸੀਂ ਏਜੰਟਾਂ ਤੋਂ ਸਾਈਨ ਕਰਵਾਉਣੇ ਨੇ। ਉਸ ਤੋਂ ਬਾਅਦ ਉਸਦੇ ਜੋ ਕੈਂਡੀਡੇਟ ਹੈ ਏਜੰਟ ਦਾ, ਉਸ ਦਾ ਅਸੀਂ ਨਾਮ ਲਿਖ ਦੇਣਾ ਹੈ ਇੱਥੇ। ਇਸੇ ਤਰੀਕੇ ਨਾਲ ਅਸੀਂ ਜੋ ਬਾਕੀ 9 ਦੇ 9 ਜੋ ਕਾਲਮ ਨੇ ਆਪਸ਼ਨਸ ਨੇ ਉਹਨਾਂ ਨੂੰ ਅਸੀਂ ਭਰ ਦੇਣਾ ਹੈ। ਜੇਕਰ ਕੋਈ ਏਜੰਟ ਇਹ ਕਹਿੰਦਾ ਹੈ ਕਿ ਉਸਨੇ ਜੋ 17C ਦੀ ਕਾਪੀ ਹੈ ਨਹੀਂ ਲੈਣੀ, ਤਾਂ ਅਸੀਂ ਇੱਥੇ ਉਸ ਦਾ ਨਾਮ ਲਿਖ ਕੇ ਉਸ ਦੇ ਕੈਂਡੀਡੇਟ ਦਾ ਨਾਮ ਇਸ ਜਗ੍ਹਾ 'ਤੇ ਲਿਖ ਦੇਵਾਂਗੇ। ਇਸ ਤੋਂ ਬਾਅਦ ਅਸੀਂ ਜੋ ਪ੍ਰੀਜ਼ਾਈਡਿੰਗ ਆਫਿਸਰ ਹੈ ਉਸ ਦੇ ਸਾਈਨ ਦੁਬਾਰਾ ਇੱਥੇ ਕਰਵਾਵਾਂਗੇ। ਉਸ ਤੋਂ ਬਾਅਦ ਜੋ ਡੇਟ ਹੈ ਦੁਬਾਰਾ ਉਹ ਪਾ ਦੇਣੀ ਹੈ। ਉਸ ਤੋਂ ਬਾਅਦ ਟਾਈਮ ਹੈ ਜੋ ਉਹ ਪਾ ਦੇਣਾ ਹੈ। ਇਸ ਤਰੀਕੇ ਨਾਲ ਜੋ ਇਹ ਪਾਰਟ ਹੈ ਤੀਸਰਾ ਡਿਕਲੇਰੇਸ਼ਨ ਐਟ ਦਾ ਐਂਡ ਆਫ ਪੋਲ ਪੂਰਾ ਹੋ ਗਿਆ। ਉਮੀਦ ਕਰਦੇ ਹਾਂ ਕਿ ਇਹ ਵੀ ਤੁਹਾਨੂੰ ਆਸਾਨ ਲੱਗਿਆ ਹੋਵੇਗਾ। ਅੱਗੇ ਚੱਲਦੇ ਹਾਂ ਹੁਣ ਪਾਰਟ ਚੌਥੇ ਬਾਰੇ। ਇਹ ਹੈ ਡਿਕਲੇਰੇਸ਼ਨ ਆਫਟਰ ਦਾ ਸੀਲਿੰਗ ਆਫ ਦਾ ਬੋਟਿੰਗ ਮਸ਼ੀਨ, ਕਿ ਜਦੋਂ ਅਸੀਂ ਬੋਟਿੰਗ ਮਸ਼ੀਨਾਂ ਨੂੰ ਵੋਟਾਂ ਪੈਣ ਤੋਂ ਬਾਅਦ ਸੀਲ ਕਰਨਾ ਹੈ, ਇਹ ਡਿਕਲੇਰੇਸ਼ਨ ਉਸ ਸਮੇਂ ਭਰੀ ਜਾਣੀ ਹੈ। ਇਸ ਵਿੱਚ ਲਿਖਿਆ ਹੈ ਕਿ ਜੋ ਮਸ਼ੀਨਾਂ ਨੇ ਪ੍ਰੀਜ਼ਾਈਡਿੰਗ ਆਫਿਸਰ ਵੱਲੋਂ ਉਹਨਾਂ 'ਤੇ ਸੀਲ ਲਗਾ ਦਿੱਤੀ ਗਈ ਹੈ ਅਤੇ ਇਹਨਾਂ ਸੀਲਾਂ ਨੂੰ ਲਗਾਉਣ ਸਮੇਂ ਜੋ ਪੋਲਿੰਗ ਏਜੰਟ ਸੀ ਉਹ ਮੌਜੂਦ ਸਨ। ਤਾਂ ਇੱਥੇ ਅਸੀਂ ਜੋ ਪ੍ਰੀਜ਼ਾਈਡਿੰਗ ਆਫਿਸਰ ਹੈ ਉਸ ਦੇ ਸਾਈਨ ਕਰਵਾ ਲੈਣੇ ਨੇ। ਉਸ ਤੋਂ ਬਾਅਦ ਇੱਥੇ ਅਸੀਂ ਡੇਟ ਪਾ ਦੇਣੀ ਹੈ। ਉਸ ਤੋਂ ਬਾਅਦ ਟਾਈਮ ਪਾ ਦੇਣਾ ਹੈ ਜਿਸ ਸਮੇਂ ਅਸੀਂ ਜੋ ਸੀਲਾਂ ਨੇ ਲਗਾਈਆਂ ਨੇ। ਤਾਂ ਅਸੀਂ ਇੱਥੇ ਜੋ ਏਜੰਟਸ ਨੇ ਉਹਨਾਂ ਦੇ ਸਾਈਨ ਲਿਖਣੇ ਨੇ, ਸਾਈਨ ਕਰਵਾਉਣੇ ਨੇ ਜੋ ਉਸ ਸਮੇਂ ਜਦੋਂ ਅਸੀਂ ਸੀਲਾਂ ਲਗਾ ਰਹੇ ਸੀ ਉਸ ਸਮੇਂ ਮੌਜੂਦ ਸੀ। ਤਾਂ ਅਸੀਂ ਉਹਨਾਂ ਦੇ ਨਾਮ ਲਿਖ ਦੇਵਾਂਗੇ, ਸਾਈਨ ਕਰਵਾ ਲਵਾਂਗੇ ਉਹਨਾਂ ਦੇ। ਅਤੇ ਉਸ ਤੋਂ ਬਾਅਦ ਜੋ ਉਸ ਦਾ ਕੈਂਡੀਡੇਟ ਹੈ ਉਸ ਦਾ ਨਾਮ ਇੱਥੇ ਲਿਖ ਦੇਵਾਂਗੇ। ਏਜੰਟਾਂ ਦੇ ਅਸੀਂ ਸਾਈਨ ਕਰਵਾਉਣੇ ਨੇ ਅਤੇ ਜੋ ਕੈਂਡੀਡੇਟ ਹੈ ਉਸ ਦਾ ਅਸੀਂ ਨਾਮ ਲਿਖਣਾ ਹੈ, ਕਿਉਂਕਿ ਕੈਂਡੀਡੇਟ ਸਾਡੇ ਕੋਲ ਉੱਥੇ ਉਪਲਬਧ ਨਹੀਂ ਹੋਵੇਗਾ। ਹੋ ਸਕਦਾ ਕੋਈ ਇੱਕ ਅੱਧਾ ਜੋ ਕੈਂਡੀਡੇਟ ਹੈ ਉਪਲਬਧ ਹੋਵੇ, ਪਰ ਜ਼ਿਆਦਾਤਰ ਜੋ ਕੈਂਡੀਡੇਟ ਨੇ ਉੱਥੇ ਉਪਲਬਧ ਨਹੀਂ ਹੋਣਗੇ। ਇਸੇ ਤਰੀਕੇ ਨਾਲ ਜੋ ਬਾਕੀ ਦੇ ਕਾਲਮਸ ਨੇ, ਲਾਈਨਾਂ ਨੇ, ਅਸੀਂ ਉਹ ਭਰ ਦੇਣੀਆਂ ਨੇ। ਜੇਕਰ ਕੋਈ ਏਜੰਟ ਕਹਿੰਦਾ ਹੈ ਕਿ ਮੈਂ ਸਾਈਨ ਨਹੀਂ ਕਰਨੇ ਇੱਥੇ, ਤਾਂ ਅਸੀਂ ਇੱਥੇ ਉਹਨਾਂ ਦਾ ਨਾਮ ਲਿਖ ਕੇ ਅਤੇ ਕੈਂਡੀਡੇਟ ਦਾ ਨਾਮ ਲਿਖ ਦੇਣਾ ਹੈ। ਉਸ ਤੋਂ ਬਾਅਦ ਜੋ ਪ੍ਰੀਜ਼ਾਈਡਿੰਗ ਆਫਿਸਰ ਹੈ ਉਸ ਦੇ ਸਾਈਨ ਕਰ ਦਿੱਤੇ ਜਾਣਗੇ। ਉਸ ਤੋਂ ਬਾਅਦ ਜੋ ਡੇਟ ਹੈ ਉਹ ਦੁਬਾਰਾ ਪਾ ਦਿੱਤੀ ਜਾਵੇਗੀ। ਤਾਂ ਤੁਸੀਂ ਦੇਖੋਗੇ ਕਿ ਇਹ ਵੀ ਬਹੁਤ ਹੀ ਆਸਾਨ ਸੀਗਾ ਪਰਫਾਰਮਾ। ਤਾਂ ਇਸ ਤਰੀਕੇ ਨਾਲ ਅਸੀਂ ਜੋ 4 ਪਾਰਟ ਨੇ ਡਿਕਲੇਰੇਸ਼ਨ ਦੇ ਉਹ ਭਰ ਲਏ ਨੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵਧੀਆ ਲੱਗਿਆ ਹੋਵੇਗਾ। ਜੇਕਰ ਵਧੀਆ ਲੱਗਿਆ ਹੈ ਤਾਂ ਇਸ ਨੂੰ ਬਾਕੀ ਸਾਥੀਆਂ ਤੱਕ ਵੀ ਜ਼ਰੂਰ ਪਹੁੰਚਾਉਣਾ ਤਾਂ ਕਿ ਸਭ ਦੀ ਮਦਦ ਹੋ ਸਕੇ। ਧੰਨਵਾਦ।